ਬੇਰੋਜ਼ਗਾਰ ਬਿਰਿਆਨੀ ਕਿਉਂ ਦਿੱਤਾ? ਕਿਉਂਕਿ ਮੈਮ ਮੈਂ 6 ਮੰਥਸ ਤੋਂ ਬੇਰੋਜ਼ਗਾਰ ਸੀਗਾ, ਮੇਰੇ ਕੋਲ ਕੁਝ ਵੀ ਕਰਨ ਨੂੰ ਨਹੀਂ ਸੀਗਾ। ਇਸੇ ਚੀਜ਼ ਨੇ ਮੈਨੂੰ ਬਣਾਇਆ, ਮਤਲਬ ਇਸੇ ਚੀਜ਼ ਨੇ ਮੇਰੀ ਬੇਰੋਜ਼ਗਾਰੀ ਨੇ ਹੀ ਮੈਨੂੰ ਇੱਕ ਸਟਾਰਟਅਪ ਕਰਨ ਦਾ ਇੱਕ ਇਨਸਪੀਰੇਸ਼ਨ ਦਿੱਤਾ। ਇਸ ਵਾਸਤੇ ਮੈਂ ਨਾਮ ਰੱਖਿਆ। ਮੈਂ ਪ੍ਰਾਊਡ ਫੀਲ ਕਰਦਾ ਕਿ ਮੈਨੂੰ ਰੱਬ ਨੇ ਇੱਦਾਂ ਦੇ ਪੇਰੈਂਟਸ ਦਿੱਤੇ, ਇਹੀ ਮੇਰੀ ਪੂੰਜੀ ਨੇ ਅਤੇ ਇਹਨਾਂ ਦੀ ਵਜ੍ਹਾ ਨਾਲ ਹੀ ਅੱਜ ਮੈਂ ਇੱਥੇ ਖੜ੍ਹਾ ਵਾਂ। ਅਤੇ ਇਹ ਮੇਰੇ ਬਹੁਤ ਸਪੋਰਟ ਕਰਦੇ ਨੇ, ਮੇਰੇ ਮੰਮਾ, ਕਿਉਂਕਿ ਮੈਂ ਓਨਲੀ ਚਾਈਲਡ ਹਾਂ ਆਪਣੇ ਘਰ ਦਾ, ਅਤੇ ਬਹੁਤ ਸਪੋਰਟਿਵ ਨੇ ਮੇਰੇ ਪੇਰੈਂਟਸ ਮੇਰੇ ਨਾਲ। ਅਤੇ ਮੈਂ ਰੱਬ ਤੋਂ ਬਸ ਇਹੀ ਕਹਿੰਦਾ ਕਿ ਇੱਦਾਂ ਦੇ ਪੇਰੈਂਟਸ ਮੈਨੂੰ ਹਰ ਲਾਈਫ ਮਤਲਬ ਹਰ ਜਨਮ ਦੇ ਵਿੱਚ ਮਿਲਣ। ਮੈਂ ਹੋਰ 6-7 ਮਹੀਨੇ ਸਾਲ ਦੇ ਵਿੱਚ ਇਹ ਕੰਮ ਵਧਾ ਲੈਣਾ ਹੈ ਅਤੇ ਮੈਨੂੰ ਪੂਰਾ ਕੌਨਫੀਡੈਂਸ ਹੈ। ਮੈਂ ਜੇ 6.5 ਕਰੋੜ ਦਾ ਕਿਸੇ ਹੋਰ ਦਾ ਬਿਜ਼ਨਸ ਸਾਂਭ ਸਕਦਾ ਅਤੇ ਆਪਣੇ ਬਿਜ਼ਨਸ ਨੂੰ ਵੀ ਮੈਂ ਕਾਫੀ ਹੱਦ ਤੱਕ ਸੰਭਾਲ ਕੇ ਅੱਗੇ ਵਧਾ ਸਕਦਾ। ਈਵਨ ਮੈਂ ਜਦੋਂ ਅਸਿਸਟੈਂਟ ਮੈਨੇਜਰ ਸੀਗਾ ਉਦੋਂ ਵੀ ਮੇਰੀ 40,000 ਤਾਂ ਮੇਰੀ ਸੈਲਰੀ ਸੀ, ਬਾਕੀ ਇਨਸੈਂਟਿਵ ਵਗੈਰਾ ਮਿਲਾ ਕੇ ਆਈ ਵਾਜ਼ ਅਰਨਿੰਗ 45 to 50,000 ਐਵਰੀ ਮੰਥ। ਬਾਕੀ ਮੇਰੇ ਮੰਮਾ ਦਾ ਆਪਣਾ ਮਤਲਬ ਮੇਰੇ ਮੰਮਾ ਹੋਮ ਟਿਊਟਰ ਨੇ, ਗਰੀਬ ਬੱਚਿਆਂ ਨੂੰ ਟਿਊਸ਼ਨਸ ਪੜ੍ਹਾਉਂਦੇ ਆ ਅਤੇ ਉਹਨਾਂ ਦੇ ਵਿੱਚ ਜੋ ਵੀ ਮਤਲਬ ਕੋਈ ਵੀ ਬੰਦੇ ਹੈਗੇ ਜਿੰਨੇ ਵੀ ਬੰਦੇ ਉਹ 100 ਕੋਈ 150 ਕੋਈ 200 ਇੱਦਾਂ ਦਿੰਦਾ ਆ ਤਾਂ ਉਹਦੇ ਵਿੱਚ ਖਰਚ। ਸੋ ਸਾਡਾ ਰਾਸ਼ਨ ਵਗੈਰਾ ਵੀ ਮਤਲਬ ਕਦੇ ਕਿਸੇ ਦੇ ਘਰ ਤੋਂ ਕਦੇ ਕਿਸੇ ਦੇ ਘਰ ਤੋਂ ਆ ਕੇ ਚੱਲ ਰਿਹਾ ਸੀ, ਪਰ ਆ ਰਿਹਾ ਸੀ। ਹਾਂਜੀ, ਚਿਕਨ ਵਗੈਰਾ ਜਦ ਕਿ ਅਸੀਂ ਘਰ 'ਚ ਯੂਜ਼ ਨਹੀਂ ਕਰ ਸਕਦੇ, ਬਟ ਹੁਣ ਹਾਲਾਤ ਦੇਖਦੇ ਕਰਨਾ ਪੈ ਰਿਹਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਸਾਡੇ ਦੇਸ਼ ਦੇ ਸਾਡੇ ਸਮਾਜ, ਖਾਸ ਤੌਰ ਜੇਕਰ ਸੂਬੇ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ, ਇਸ ਦੀ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ। ਹਾਲਾਂਕਿ ਅਸੀਂ ਸਭ ਜਾਣਦੇ ਹਾਂ ਕਿ ਸਰਕਾਰ ਨੇ, ਮੌਜੂਦਾ ਸਰਕਾਰ ਯਾਨੀ ਕਿ ਕੈਪਟਨ ਸਰਕਾਰ ਨੇ ਘਰ ਘਰ ਨੌਕਰੀ ਦਾ ਦਾਅਵਾ ਕੀਤਾ ਸੀ, ਯਾਨੀ ਕਿ ਘਰ ਘਰ ਹਰ ਨੌਜਵਾਨ ਨੂੰ ਰੋਜ਼ਗਾਰ ਮਿਲੇਗਾ। ਜੋ ਵਿਅਕਤੀ ਆਪਣੀ ਕਾਬਲੀਅਤ ਦੇ ਹਿਸਾਬ ਦੇ ਨਾਲ ਯਾਨੀ ਕਿ ਆਪਣੀ ਡਿਗਰੀ ਦੇ ਹਿਸਾਬ ਦੇ ਨਾਲ ਜਿਹੜੀ ਨੌਕਰੀ ਡਿਜ਼ਰਵ ਕਰਦਾ ਹੈ ਉਸ ਨੂੰ ਨੌਕਰੀ ਮਿਲੇਗੀ। ਪਰ ਇੱਕ ਤਸਵੀਰ ਹੁਣ ਤੁਹਾਨੂੰ ਦਿਖਾਉਂਦੇ ਹਾਂ ਰੋਜ਼ਗਾਰ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ। ਇਹ ਪੰਜਾਬ ਦੇ ਲੁਧਿਆਣਾ ਸ਼ਹਿਰ ਇੱਕ ਮਾਲ ਦੇ ਬਾਹਰ ਫਿਰੋਜ਼ਪੁਰ ਰੋਡ ਦੀ ਇਹ ਤਸਵੀਰ ਹੈ। ਬੇਰੋਜ਼ਗਾਰ ਬਿਰਿਆਨੀ ਬੇਰੋਜ਼ਗਾਰ ਨਹੀਂ ਹੈ, ਬਿਰਿਆਨੀ ਵੇਚਣ ਵਾਲਾ ਬੇਰੋਜ਼ਗਾਰ ਹੈ। ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਸ ਬੇਰੋਜ਼ਗਾਰ ਬਿਰਿਆਨੀ ਵਾਲੇ ਨੇ ਐਮਏ ਇਕਨੋਮਿਕਸ ਕੀਤੀ ਹੋਈ ਹੈ, ਮਾਫ ਕਰਨਾ ਗ੍ਰੈਜੂਏਸ਼ਨ ਕੀਤੀ ਹੈ ਕਿ ਪੋਸਟ ਗ੍ਰੈਜੂਏਸ਼ਨ ਕੀਤੀ ਹੈ? ਗ੍ਰੈਜੂਏਸ਼ਨ ਇਕਨੋਮਿਕਸ ਦੇ ਵਿੱਚ। ਤੇ ਉਸ ਤੋਂ ਬਾਅਦ ਤੁਹਾਨੂੰ ਜੌਬ ਨਹੀਂ ਮਿਲੀ? ਨਹੀਂ ਮੈਮ, 6 ਮੰਥਸ ਤੋਂ ਆਈ ਐਮ ਫ੍ਰੀ। ਮੈਂ ਇਸੇ ਲਈ ਇਹ ਸਟਾਰਟ ਕੀਤਾ, ਆਪਣਾ ਸਟਾਰਟਅਪ ਕੀਤਾ, ਕਿਉਂਕਿ 6 ਮੰਥਸ ਤੋਂ ਬਹੁਤ ਹੱਥ ਪੈਰ ਮਾਰੇ। ਮੈਂ ਐਕਚੁਅਲੀ ਰਿਟੇਲ ਦੇ ਵਿੱਚ ਇੱਕ ਅਸਿਸਟੈਂਟ ਸਟੋਰ ਮੈਨੇਜਰ ਦੇ ਵਜੋਂ ਜੌਬ ਕਰ ਰਿਹਾ ਸੀ ਪਿਊਮਾ ਦੇ ਵਿੱਚ, ਐਂਬੀਐਂਸ ਮਾਲ ਗੁੜਗਾਉਂ ਦੇ ਵਿੱਚ, ਅਤੇ 7 ਸਾਲ ਦਾ ਮੈਨੂੰ ਰਿਟੇਲ ਦਾ ਐਕਸਪੀਰੀਅੰਸ ਸੀਗਾ। ਬਟ ਕਾਸਟ ਕਟਿੰਗ ਦੀ ਵਜ੍ਹਾ ਨਾਲ ਮੇਰੀ ਜੌਬ ਚਲੀ ਗਈ। ਫਿਰ ਮੈਂ ਕਾਫੀ ਜਗ੍ਹਾ 'ਤੇ ਟਰਾਈ ਕੀਤਾ, ਰਿਟੇਲ ਦੇ ਵਿੱਚ, BPOs ਦੇ ਵਿੱਚ, ਕਿਤੇ ਵੀ ਮੇਰੀ ਜਿਹੜੀ ਹੈ ਗੱਲ ਨਹੀਂ ਬਣੀ, ਕਿਉਂਕਿ ਕਿਤੇ ਵੀ ਮਤਲਬ ਪੈਂਡੇਮਿਕ ਵਗੈਰਾ ਵਾਸਤੇ ਦੀ ਵਜ੍ਹਾ ਨਾਲ ਮੇਰੀ ਜੌਬ ਜਿਹੜੀ ਹੈ ਉਹ ਲੱਗ ਨਹੀਂ ਰਹੀ ਸੀ। ਅਤੇ 6 ਮਹੀਨੇ ਤੋਂ ਮੈਂ ਫ੍ਰੀ ਬੈਠਾ ਸੀਗਾ। ਅਤੇ ਫਿਰ ਮੇਰੇ ਦਿਮਾਗ ਦੇ ਵਿੱਚ ਇਹ ਆਇਆ ਕਿ ਮੈਨੂੰ ਕੁਛ ਆਪਣਾ ਹੀ ਸਟਾਰਟਅਪ ਕਰਨਾ ਪਊਗਾ, ਅਤੇ ਮੈਂ ਫਿਰ ਆਪਣਾ ਸਟਾਰਟਅਪ ਕੀਤਾ। ਬਿਕੋਜ਼ ਮੈਂ ਗਿਵ ਅਪ ਕਰਨਾ ਨਹੀਂ ਸਿੱਖਿਆ ਅਤੇ ਮੈਂ ਗਿਵ ਅਪ ਨਹੀਂ ਕਰਨਾ ਚਾਹੁੰਦਾ ਸੀ ਲਾਈਫ ਦੇ ਵਿੱਚ। ਕਾਫੀ ਟੈਨਸ਼ਨਸ ਵੀ ਆਈਆਂ ਮੇਰੇ ਉੱਤੇ, ਕਾਫੀ ਬਰਡਨ ਵੀ ਆਇਆ ਫੈਮਿਲੀ ਦਾ, ਕਿਉਂਕਿ ਮੈਂ ਇਕੱਲਾ ਅਰਨਿੰਗ ਹੈਂਡ ਸੀਗਾ ਆਪਣੀ ਫੈਮਿਲੀ ਦਾ। ਅਤੇ ਬਟ ਮੈਂ ਫਿਰ ਵੀ ਸੋਚਿਆ ਕਿ ਜੇ ਮੈਂ ਹਾਰ ਮੰਨ ਗਿਆ ਤਾਂ ਫਿਰ ਮੇਰਾ ਹੋਰ ਹਾਲਾਤ ਜਿਹੜੇ ਆ ਮੇਰੇ ਬੱਤਰ ਹੋ ਸਕਦੇ ਆ। ਅਮਨ, ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀਗੇ? ਤੁਸੀਂ ਕਹਿ ਰਹੇ ਹੋ ਕਿ ਇਕੱਲਾ ਇਨਕਮ ਸੋਰਸ ਨਹੀਂ। ਮੈਮ ਮੇਰੇ ਫਾਦਰ ਸਾਹਿਬ ਇੱਕ ਦੁਕਾਨ ਹੈ ਉਹਦੇ 'ਤੇ ਜੌਬ ਕਰਦੇ ਸੀ, ਇਲੈਕਟ੍ਰੋਨਿਕਸ ਦੀ, LG ਵਾਲਿਆਂ ਦੀ ਦੁਕਾਨ ਹੈ ਉਹ। ਬਟ ਉਹਨਾਂ ਨੇ ਵੀ 3 ਮੰਥਸ ਹੋ ਗਏ ਸੀ, ਸੈਲਰੀ ਨਹੀਂ ਦਿੱਤੀ ਸੀਗੀ, ਅਤੇ ਕਾਫੀ ਉਹਨਾਂ ਨੇ ਮਤਲਬ ਹੱਥ ਪੈਰ ਮਾਰੇ ਕਿ ਉਹਨਾਂ ਦਾ ਕੁਝ ਵਿਕ ਜਾਵੇ। ਉਹ ਜਿਹੜੇ ਉਹਨਾਂ ਦੇ ਇੰਪਲੋਇਰ ਸੀਗੇ ਉਹ ਕਹਿੰਦੇ ਸੀ ਕਿ ਤੁਸੀਂ ਕੁਝ ਵੀ ਵੇਚ ਲਓ ਅਤੇ ਆਪਣੀ ਸੈਲਰੀ ਕੱਢ ਲਓ। ਬਟ ਪੈਂਡੇਮਿਕ ਦੀ ਵਜ੍ਹਾ ਨਾਲ ਕੋਈ ਉਹਨਾਂ ਦੀ ਦੁਕਾਨ 'ਤੇ ਜਾਂਦਾ ਹੀ ਨਹੀਂ ਸੀ, ਬਿਕੋਜ਼ ਜਿਹੜੀ ਦੁਕਾਨ ਸੀ ਉਹ ਕਾਫੀ ਪੇਂਡੂ ਇਲਾਕੇ ਦੇ ਵਿੱਚ ਸੀਗੀ ਅਤੇ ਸ਼ਹਿਰੀ ਕਸਟਮਰ ਉੱਧਰਲੇ ਪਾਸੇ ਨਹੀਂ ਜਾ ਪਾ ਰਿਹਾ ਸੀਗਾ। ਅਤੇ 3 ਮਹੀਨੇ ਤੇ ਉਹਨਾਂ ਦਾ ਸਮਾਨ ਵਿਕਿਆ, ਨਾ ਮੇਰੇ ਪਾਪਾ ਦੀ ਸੈਲਰੀ ਆਈ। ਠੀਕ ਹੈ, ਫਾਦਰ ਸਾਹਿਬ ਵੀ ਇੱਥੇ ਮੌਜੂਦ ਨੇ। ਸਰ ਤੁਸੀਂ ਵੀ ਪਲੀਜ਼ ਜ਼ਰੂਰ ਆਓ। ਤੁਸੀਂ ਜੌਬ ਕਰਦੇ ਸੀ, ਤੁਹਾਨੂੰ 3 ਮਹੀਨੇ ਤੋਂ ਤਨਖਾਹ ਨਹੀਂ ਮਿਲੀ? I was not getting salary for last 3 months, so that's why I am left my job.
ਕੀ ਐਜੂਕੇਸ਼ਨ ਕੀ ਹੈ ਸਰ ਤੁਹਾਡੀ, ਕਿੰਨਾ ਮੇਰੀ ਵੀ ਗ੍ਰੈਜੂਏਸ਼ਨ ਹੈ। ਗ੍ਰੈਜੂਏਸ਼ਨ ਕੀਤੀ? ਹਾਂਜੀ। ਤੇ ਗ੍ਰੈਜੂਏਸ਼ਨ ਕਰਕੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਸੇਲਸਮੈਨ, ਇਹ ਤੁਹਾਨੂੰ ਡਿਜ਼ਰਵਿੰਗ ਲੱਗਦੀ ਹੈ? ਬਸ ਸਹੀ ਹੈ ਕਿ ਸੈਕਿੰਡ ਸੇਲ, ਇੱਕ ਤੇ ਸੈਕਿੰਡ ਸੇਲ ਦੀ ਸਪਲਾਈ ਘੱਟ ਹੈ, ਸੇਲ ਘੱਟ ਹੈ, ਔਰ ਦੈਟ ਸੈਕਿੰਡ ਟਾਈਮ ਇਹ ਸੀਗਾ ਕਿ ਕਾਰਨ ਕਿ ਉਹਨਾਂ ਦਾ ਜਿਹੜਾ ਮਾਲ ਵਗੈਰਾ ਉਹ ਘੱਟ ਵਿਕ ਰਿਹਾ ਸੀ ਉੱਥੇ। ਤੇ ਉਹ 3 ਮਹੀਨੇ ਗੁਜ਼ਾਰਾ ਕਿਸ ਤਰ੍ਹਾਂ ਕੀਤਾ ਤੁਸੀਂ? ਅਮਨ, ਤੁਸੀਂ ਉਦੋਂ 6 ਮਹੀਨੇ ਜੌਬਲੈਸ ਰਹੇ ਹੋ। ਮੈਮ ਮੇਰੀ ਕੁਝ ਸੇਵਿੰਗ ਸੀਗੀਆਂ, ਮੇਰੇ ਮੰਮਾ ਦੀ ਸੇਵਿੰਗ ਸੀਗੀਆਂ, ਫਾਦਰ ਦੀ ਸੇਵਿੰਗਸ ਸੀਗੀਆਂ, ਉਹ ਅਸੀਂ ਯੂਟਿਲਾਈਜ਼ ਕੀਤੀਆਂ ਮਾੜੇ ਟਾਈਮ ਦੇ ਵਿੱਚ, ਜਿਹੜੀਆਂ ਕਿ ਆਲਮੋਸਟ ਹੁਣ ਖਤਮ ਹੋ ਚੁੱਕੀਆਂ ਸੀ। ਫਿਰ ਮੇਰੇ ਕੋਲ ਇਨਵੈਸਟਮੈਂਟ ਮੇਰੇ ਬਿਜ਼ਨਸ ਵਾਸਤੇ ਵੀ ਕੁਝ ਸੀਗੀ ਨਹੀਂ। ਮੈਂ ਜਸਟ 1000-1500 ਰੁਪਏ ਦਾ ਰਾਸ਼ਨ ਲਾਇਆ ਤੇ ਇੱਕ ਬਾਕਸ ਲਗਾਇਆ। ਮੇਰੀ ਭਾਂਜੀ ਹੈ ਇੱਕ, ਉਹ ਬਹੁਤ ਅੱਛੀ ਪੇਂਟਰ ਹੈ, ਤੇ ਉਹਦੇ ਤੋਂ ਮੈਂ ਪੇਂਟ ਕਰਵਾਇਆ ਪੂਰਾ, ਤੇ ਮੈਂ ਆਪਣੀ ਬ੍ਰਾਂਡਿੰਗ ਬਣਾ ਕੇ ਇੱਕ ਕਨਸੈਪਟ ਸੋਚ ਕੇ ਫਿਰ ਇਹ ਸਟਾਰਟਅਪ ਕੀਤਾ। ਤੇ ਬ੍ਰਾਂਡ ਦਾ ਨਾਮ ਬੇਰੋਜ਼ਗਾਰ ਬਿਰਿਆਨੀ ਕਿਉਂ ਦਿੱਤਾ? ਕਿਉਂਕਿ ਮੈਮ ਮੈਂ 6 ਮੰਥਸ ਤੋਂ ਬੇਰੋਜ਼ਗਾਰ ਸੀਗਾ, ਮੇਰੇ ਕੋਲ ਕੁਝ ਵੀ ਕਰਨ ਨੂੰ ਨਹੀਂ ਸੀਗਾ। ਇਸੇ ਚੀਜ਼ ਨੇ ਮੈਨੂੰ ਬਣਾਇਆ, ਮਤਲਬ ਇਸੇ ਚੀਜ਼ ਨੇ, ਮੇਰੀ ਬੇਰੋਜ਼ਗਾਰੀ ਨੇ ਹੀ ਮੈਨੂੰ ਇੱਕ ਸਟਾਰਟਅਪ ਕਰਨ ਦਾ ਇੱਕ ਇਨਸਪੀਰੇਸ਼ਨ ਦਿੱਤਾ। ਇਸ ਵਾਸਤੇ ਮੈਂ ਨਾਮ ਰੱਖਿਆ ਕਿਉਂ ਕਿ ਮੈਂ ਆਪਣਾ ਲਾਈਫ ਦੇ ਵਿੱਚ ਜੇ ਅੱਗੇ ਵੱਧ ਜਾਵਾਂ ਇਹੀ ਕੰਮ ਦੇ ਨਾਲ, ਤੇ ਮੈਂ ਆਪਣਾ ਇਹ ਦਿਨ ਯਾਦ ਰੱਖਾਂ ਕਿ ਮੈਂ ਕਿਉਂ ਸਟਾਰਟ ਕੀਤਾ ਸੀ, ਕਿੱਦਾਂ ਸਟਾਰਟ ਕੀਤਾ ਸੀ, ਕੀ ਸਿਚੁਏਸ਼ਨ ਸੀਗੀਆਂ ਮੇਰੀਆਂ। ਕਿਹੜੇ ਕੰਮ, ਕਿਹੜੀ ਨੌਕਰੀ ਕਰ ਚੁੱਕੇ ਹੋ? ਕਿੱਥੇ ਜੇ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਬਹੁਤ ਧੱਕੇ ਖਾਣੇ ਪੈਂਦੇ ਨੇ ਨੌਜਵਾਨਾਂ ਨੂੰ, ਤਾਂ ਕਿੱਥੇ ਧੱਕੇ ਖਾਂਦੇ? ਮੈਮ ਮੈਂ ਆਪਣਾ ਸਟਾਰਟ ਕੀਤਾ ਸੀ ਆਪਣਾ ਜਿਹੜੀ ਨੌਕਰੀ ਦਾ ਕਰੀਅਰ ਸਟਾਰਟ ਕੀਤਾ ਸੀਗਾ, ਉਹ ਸਟਾਰਟ ਕੀਤਾ ਸੀ ਮੈਂ ਇੱਥੇ MBD ਮਾਲ ਥੀਏਟਰ ਦੇ ਵਿੱਚ। ਸਿਨੇਪੋਲਿਸ ਤੋਂ ਮੈਂ ਆਪਣੀ ਫਸਟ ਜੌਬ ਸਟਾਰਟ ਕੀਤੀ ਸੀ ਜਦੋਂ ਮੈਂ ਸਟੱਡੀ ਕਰ ਰਿਹਾ ਸੀ। ਤੇ ਮੈਨੂੰ ਸ਼ੁਰੂ ਤੋਂ ਹੀ ਆਇਆ ਸੀਗਾ, ਮੈਨੂੰ ਮਤਲਬ ਇੱਕ ਇਨਸਪੀਰੇਸ਼ਨ ਸੀ ਫੋਰਨਰਸ ਤੋਂ ਕਿ ਉਹ ਕਿਕ ਆਊਟ ਕਰ ਦਿੰਦੇ ਆਪਣੇ ਬੱਚਿਆਂ ਨੂੰ ਕਿ ਤੁਸੀਂ ਜਾਓ ਬਾਹਰ ਪੜ੍ਹੋ। ਮੈਂ ਆਪਣੀ +2 ਤੋਂ ਬਾਅਦ ਆਪਣੇ ਮਦਰ ਫਾਦਰ 'ਤੇ ਉਹ ਬਰਡਨ ਨਹੀਂ ਆਉਣ ਦਿੱਤਾ, ਤੇ ਮੈਂ ਆਪ ਹੀ ਜੌਬ ਕਰਨੀ ਸਟਾਰਟ ਕੀਤੀ ਆਪਣੀ ਸੈਲਰੀ ਦੇ ਨਾਲ, ਜਿਹੜੀ ਮੈਨੂੰ 6500 ਰੁਪੀਸ ਪਰ ਮੰਥ ਸੈਲਰੀ ਮਿਲਦੀ ਸੀ। ਉਹਦੇ ਨਾਲ ਹੀ ਮੈਂ ਆਪਣੇ ਮਤਲਬ ਕਾਲਜ ਦਾ ਖਰਚਾ ਕੱਢਦਾ ਸੀਗਾ। ਐਵਰੀ 3 ਮੰਥਸ ਬਾਅਦ ਮੇਰੇ ਕਾਲਜ ਦੀ ਫੀਸ ਜਾਂਦੀ ਸੀ। ਮੈਂ ਰਿਸ਼ੀਨਗਰ ਪੋਲੀਟੈਕਨਿਕ ਗਵਰਨਮੈਂਟ ਕਾਲਜ ਦੇ ਵਿੱਚ ਪੜ੍ਹਦਾ ਸੀ, ਤੇ ਮੈਂ ਉਹ ਸਾਰੀ ਅਰਨਿੰਗ ਜਿਹੜੀ ਹੈ ਆਪਣੀ ਉਹੀ ਜੌਬ ਤੋਂ ਕਰਦਾ ਸੀਗਾ। 1 ਸਾਲ ਮੈਂ ਉੱਥੇ ਕੰਮ ਕੀਤਾ, ਬਟ ਮੈਂ ਡ੍ਰੌਪ ਆਊਟ ਕਰ ਦਿੱਤਾ ਬਿਕੋਜ਼ ਆਫ ਸਮ ਰੀਜ਼ਨਸ ਕਿ ਮੈਂ ਉਹਦੇ ਵਿੱਚ ਕੰਫਰਟੇਬਲ ਨਹੀਂ ਸੀ। ਉਹ ਡਿਪਲੋਮਾ ਮੈਂ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਨੂੰ ਸਰਵਿਸ ਦੀ ਜ਼ਿਆਦਾ ਆਦਤ ਪੈ ਗਈ ਸੀ। ਮੈਨੂੰ ਇੱਕ ਮਤਲਬ ਪੈਸ਼ਨ ਬਣ ਗਿਆ ਸੀ ਕਿ ਕਸਟਮਰ ਸਰਵਿਸ ਦੇ ਵਿੱਚ ਜਾਣਾ ਹੈ। ਤੇ ਮੈਂ ਫਿਰ ਰਿਟੇਲ ਜੁਆਇਨ ਕੀਤਾ। ਰਿਟੇਲ ਦੇ ਵਿੱਚ ਉਦੋਂ ਬਹੁਤ ਅੱਛਾ ਮਤਲਬ ਇੱਕ ਸਕੋਪ ਸੀ, ਬਹੁਤ ਅੱਛਾ ਮੇਰਾ ਐਕਸਪੀਰੀਅੰਸ ਸੀਗਾ। ਮੈਂ ਸ਼ਾਪਰ ਸਟਾਪਸ ਦੇ ਵਿੱਚ ਜੌਬ ਕਰਨੀ ਸਟਾਰਟ ਕੀਤੀ। ਉੱਥੇ ਮੈਂ ਐਜ਼ ਅ ਫੈਸ਼ਨ ਕੰਸਲਟੈਂਟ 2 ਸਾਲ ਜੌਬ ਕੀਤੀ। ਫਿਰ ਮੈਂ ਬਿਗ ਬਾਜ਼ਾਰ ਦੇ ਵਿੱਚ ਐਜ਼ ਅ ਟੀਮ ਲੀਡਰ ਵੀ ਜੌਬ ਕੀਤੀ ਹੋਈ ਹੈ। 1 ਸਾਲ ਮੈਂ ਉੱਥੇ ਐਜ਼ ਅ ਟੀਮ ਲੀਡਰ ਜੌਬ ਕੀਤੀ ਸੀ। ਤੇ ਉਸ ਤੋਂ ਬਾਅਦ ਮੈਂ ਬਿਗ ਬਾਜ਼ਾਰ ਛੱਡਣ ਤੋਂ ਬਾਅਦ ਮੈਂ ਇੱਥੇ ਫੋਰਐਵਰ 21 ਦੇ ਵਿੱਚ ਐਜ਼ ਅ ਸੀਨੀਅਰ ਫੈਸ਼ਨ ਕੰਸਲਟੈਂਟ ਜੌਬ ਕੀਤੀ। ਇੱਥੋਂ ਫਿਰ ਮੈਨੂੰ ਆਫਰ ਆਇਆ ਜੈਕ ਐਂਡ ਜੋਨਸ ਦੇ ਵਿੱਚੋਂ, ਜਿਹੜਾ ਕਿ ਇੰਡੀਆ ਦਾ ਟੌਪ ਮੋਸਟ ਬ੍ਰਾਂਡ ਹੈ ਫੈਸ਼ਨ ਸੇਲਸ ਦੇ ਵਿੱਚ। ਤੇ ਮੈਂ ਵੈਰੋਮੋਡਾ ਤੇ ਜੈਕ ਐਂਡ ਜੋਨਸ ਦੋਨਾਂ ਦੇ ਵਿੱਚ ਕੰਮ ਕੀਤਾ। ਉਹ ਇੱਕ ਹੀ ਕੰਪਨੀ ਦੇ ਬ੍ਰਾਂਡਸ ਨੇ। ਉੱਥੇ 2 ਸਾਲ ਮੈਂ ਕੰਮ ਕੀਤਾ। ਉਸ ਤੋਂ ਬਾਅਦ ਮੈਨੂੰ ਮਤਲਬ ਇੱਦਾਂ ਸੀਗਾ ਕਿ ਹਰ ਦਿਨ 8 ਤੋਂ 10 ਕਾਲਸ ਆਉਂਦੀਆਂ ਸੀ ਆਫਰਸ ਦੀਆਂ, ਮਤਲਬ ਆਫਰ ਆਉਂਦੀਆਂ ਸੀਗੀਆਂ ਕਿ ਤੁਸੀਂ ਸਾਡੀ ਕੰਪਨੀ ਜੁਆਇਨ ਕਰ ਲਓ। ਮੇਰੇ ਕੋਲ ਮਤਲਬ ਇੰਨੀ ਜੌਬ ਓਪਰਚੁਨਿਟੀਜ਼ ਹੁੰਦੀਆਂ ਸੀ ਉਸ ਟਾਈਮ ਤੇ ਕਿ ਉਹਨਾਂ ਵਿੱਚੋਂ ਮੈਂ ਸਿਲੈਕਟ ਕੀਤਾ ਪੂਮਾ ਸਪੋਰਟਸਵੇਅਰ ਬ੍ਰਾਂਡ ਹੈ, ਉਹਦੇ ਵਿੱਚ ਮੈਂ ਅਸਿਸਟੈਂਟ ਮੈਨੇਜਰ ਕੰਮ ਕੀਤਾ। ਮੈਂ 2 ਸਾਲ ਤੋਂ ਉੱਥੇ ਕੰਮ ਕਰ ਰਿਹਾ ਸੀ। ਫਿਰ ਹੁਣ ਪੈਂਡੇਮਿਕ ਦੀ ਵਜ੍ਹਾ ਨਾਲ ਮੇਰੀ ਉੱਥੋਂ ਕਾਸਟ ਕਟਿੰਗ ਕਰ ਦਿੱਤੀ ਗਈ। ਕੰਪਨੀ ਨੇ ਮੈਨੂੰ ਕਾਸਟ ਕਟਿੰਗ ਦੇ ਵਿੱਚ ਕੱਢ ਦਿੱਤਾ। ਇਸ ਕਰਕੇ ਮੈਂ ਫਿਰ 3 ਮਹੀਨੇ ਉੱਥੇ ਆਪਣਾ ਜ਼ੋਰ ਲਾਇਆ ਕਿ ਮੈਨੂੰ ਕੋਈ ਹੋਰ ਜੌਬ ਮਿਲ ਜਾਵੇ, ਬਟ ਮੈਨੂੰ ਕੋਈ ਜੌਬ ਨਹੀਂ ਮਿਲੀ। ਦਿੱਲੀ ਵਰਗੇ ਸ਼ਹਿਰ ਦੇ ਵਿੱਚ ਮੈਨੂੰ ਜੌਬ ਨਹੀਂ ਮਿਲੀ, ਗੁੜਗਾਉਂ ਵਿੱਚ ਮੈਨੂੰ ਜੌਬ ਨਹੀਂ ਮਿਲੀ, ਨਾ ਕਿਸੇ BPO ਦੇ ਵਿੱਚ, ਨਾ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕੀ ਡਿਜ਼ਰਵ ਕਰਦੇ ਸੀ? ਕਿਹੜੀ ਜੌਬ ਤੁਹਾਨੂੰ ਮਿਲਣੀ ਚਾਹੀਦੀ? ਮੈਮ ਮੈਂ ਡਿਜ਼ਰਵ ਕਰਦਾ ਸੀ ਕਿਤੇ ਮੈਨੇਜਰੀਅਲ ਪੋਸਟ ਦੇ ਵਿੱਚ ਮੈਨੂੰ ਮਿਲ ਜਾਵੇ, ਕੋਈ ਵੀ ਜੌਬ ਮਿਲ ਜਾਵੇ। ਬਟ ਇਹੀ ਪੈਂਡੇਮਿਕ ਦੀ ਵਜ੍ਹਾ ਨਾਲ ਸਾਰੇ ਬਿਜ਼ਨੈਸਿਸ ਬੰਦ ਸੀਗੇ, ਕੋਲੈਪਸ ਕਰ ਗਏ ਇੱਕਦਮ। ਰਿਟੇਲ ਪੂਰਾ ਕੋਲੈਪਸ ਕਰ ਗਿਆ, ਤੇ ਇਸ ਕਰਕੇ ਮੈਨੂੰ ਜੌਬ ਨਹੀਂ ਮਿਲ ਪਾਈ। ਉਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਕਿ ਕਿਸੇ ਦੀ ਮਤਲਬ ਗਲਤੀ ਸੀ, ਇਹ ਸਾਰੀ ਸਿਚੁਏਸ਼ਨ ਹੀ ਉੱਦਾਂ ਦੀ ਬਣ ਗਈ ਕਿ ਮੇਰੀ ਜੌਬ ਜਿਹੜੀ ਆ ਉਹ ਚਲੀ ਵੀ ਗਈ ਤੇ ਮੈਨੂੰ ਦੁਬਾਰਾ ਦੂਸਰੀ ਜੌਬ ਮਿਲੀ ਵੀ ਨਹੀਂ। ਜਦ ਕਿ ਮੈਂ ਉਹ ਤੋਂ 3 ਮਹੀਨੇ ਪਹਿਲਾਂ ਮਤਲਬ ਪੂਰੇ ਮਾਣ ਨਾਲ ਕਹਿੰਦਾ ਸੀਗਾ ਕਿ ਮੇਰੇ ਦੇ ਵਿੱਚ ਉਹਨਾਂ ਗਟਸ ਹੈਗੇ ਕਿ ਮੈਂ ਕਿਤੇ ਵੀ ਜੌਬ ਕਰ ਸਕਦਾ, ਕਿਤੇ ਵੀ ਇੰਟਰਵਿਊ, ਕਿਸੇ ਵੀ। ਸਰ ਇੰਨੇ ਪੈਸੇ ਲਗਾ ਕੇ ਪੜਾਇਆ ਲਿਖਾਇਆ ਤੇ ਬੱਚਾ ਇਹ ਗੱਤੇ ਦਾ ਬੋਰਡ ਬਣਾ ਕੇ, ਹੈ ਨਾ, ਤੇ ਉਹਦੇ ਉੱਤੇ ਪੇਂਟ ਕਰਵਾ ਕੇ ਬੇਰੋਜ਼ਗਾਰ ਬਿਰਿਆਨੀ ਲਿਖ ਕੇ, ਇੱਥੇ ਹੌਟ ਕੇਸ ਹੈ, ਇੱਥੇ ਕੁੱਕਰ ਪਿਆ ਹੋਇਆ, ਇਹ ਬੱਚਾ ਇਹ ਡਿਜ਼ਰਵ ਕਰਦਾ? ਇਹਦੇ ਵਿੱਚ ਜੇ KFC ਵੀ ਸਟਾਰਟ ਕੀਤਾ ਸੀ ਇੱਥੋਂ ਸਿਨੇਪੋਲਿਸ ਛੱਡਣ ਤੋਂ ਬਾਅਦ, ਔਰ ਉੱਥੇ ਮੈਂ ਇਹਨੂੰ ਟੇਬਲ ਦੇ ਉੱਤੇ ਕੱਪੜਾ ਮਾਰਦੇ ਦੇਖਦੇ ਹੋਏ ਅੱਖਾਂ 'ਚ ਆਂਸੂ ਆ ਗਏ ਸੀ ਮੇਰੇ। ਬਟ ਇਹ ਹਾਲਾਤ ਦੇ ਬਾਰੇ ਕੀ ਕਰ ਸਕਦੇ। ਅੱਜ ਵੀ ਇਹੀ ਚੀਜ਼ਾਂ ਸੋਚ ਕੇ ਮਾਂ ਵੀ ਰੋਂਦੀ ਹੈ, ਮੈਂ ਵੀ ਰੋਂਦਾ, ਕੁਛ ਕਰ ਨਹੀਂ ਸਕਦਾ।
ਸਰਕਾਰਾਂ ਤਾਂ ਦਾਅਵੇ ਕਰਦੀਆਂ ਨੇ ਨੌਜਵਾਨਾਂ ਨੂੰ ਸਰਕਾਰਾਂ ਦੇ ਰੋਜ਼ਗਾਰ ਦਾਅਵੇ ਦੇਣ ਦੇ। ਪੇਪਰ ਵਰਕ ਹੀ ਹੁੰਦਾ ਮੈਮ, ਉਸ ਤਾਂ ਫਿਜ਼ੀਕਲੀ ਕੁਝ ਵੀ ਨਹੀਂ। ਨੋਬਡੀ ਕੈਨ ਹੈਲਪ, we can't say anything about it because politicians then trouble creates for our like men। ਇਸ ਕਰਕੇ ਆਪਾਂ ਇਸ ਟੌਪਿਕ ਦੇ ਉੱਤੇ ਜ਼ਿਆਦਾ ਕਹਿਣਾ ਵੀ ਨਹੀਂ ਚਾਹਾਂਗੇ। ਉਮੀਦ ਹੀ ਨਹੀਂ ਉਮੀਦ ਗਵਰਨਮੈਂਟ ਜੌਬ ਦੀ ਤਾਂ ਮੇਰੀ ਤਾਂ ਖੈਰ ਉਮਰ ਹੀ ਨਿਕਲ ਗਈ ਹੈ। ਬੱਚੇ ਲਈ। ਬੱਚੇ ਲਈ ਗਵਰਨਮੈਂਟ ਜੌਬ ਅਵੇਲੇਬਲ ਕਿੱਥੇ ਹੈ? ਰੋਜ਼ ਨਿਊਜ਼ ਦੇ ਵਿੱਚ ਸੁਣਦੇ ਆ ਕਿ ਇੰਨੇ ਲੱਖ ਪੋਸਟਾਂ ਵੈਕੈਂਸੀਜ਼ ਖਾਲੀ ਪਈਆਂ। ਉਹ ਪੋਸਟਾਂ ਦੇ ਕਿੱਥੇ ਰਹੇ ਕਿਸੇ ਨੂੰ? ਵੈਕੈਂਸੀਜ਼ ਭਰਦੇ ਨਹੀਂ ਪਏ। ਔਰ ਉਸ ਤੋਂ ਇਲਾਵਾ ਹਰ ਗਵਰਨਮੈਂਟ ਜੌਬ ਨੂੰ ਉਹ ਪ੍ਰਾਈਵੇਟਾਈਜੇਸ਼ਨ ਕਰੀ ਜਾ ਰਹੇ। ਅਮਨ, ਇੱਕ ਬੱਚਾ ਜਿਹੜਾ ਪੜ੍ਹਿਆ ਲਿਖਿਆ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਕਨੋਮਿਕਸ ਦੇ ਵਿੱਚ, ਤੇ ਉਹ ਬੱਚਾ ਟੇਬਲ ਤੇ ਕੱਪੜਾ ਮਾਰ ਰਿਹਾ ਕਿਸੇ ਰੈਸਟੋਰੈਂਟ ਦੇ ਵਿੱਚ, ਤੁਹਾਡੇ ਆਪਣੀ ਕੌਨਸ਼ੀਅਸ ਨੇ ਅਲਾਉ ਕਰਤਾ ਸੀ ਇਹ ਕੰਮ ਕਰਨ ਲਈ? ਵੈਸੇ ਤਾਂ ਕੋਈ ਕੰਮ ਛੋਟਾ ਵੱਡਾ ਨਹੀਂ। ਤੁਹਾਡੀ ਗੱਲ ਬੜੀ ਖੂਬਸੂਰਤ ਸੀ ਕਿ ਤੁਸੀਂ ਫੋਰਨਰਸ ਤੋਂ ਇਨਸਪਾਇਰ ਹੋ ਕੇ ਇਹ ਕੰਮ ਸ਼ੁਰੂ ਕੀਤਾ ਹੈ। ਮੈਮ ਐਕਚੁਅਲੀ ਉਦੋਂ ਮੈਂ ਗ੍ਰੈਜੂਏਟ ਨਹੀਂ ਸੀ, ਉਦੋਂ ਮੈਂ +2 ਕਰਕੇ, ਮੈਂ ਤੁਹਾਨੂੰ ਜਿੱਦਾਂ ਕਿ ਦੱਸਿਆ ਕਿ ਮੈਂ +2 ਕਰਕੇ KFC ਦੇ ਵਿੱਚ ਜੌਬ ਕਰਦਾ ਸੀ। ਉੱਥੇ ਮੇਰਾ ਕਲੀਨਿੰਗ ਦਾ ਵੀ ਕੰਮ ਸੀ। ਉਦੋਂ ਮੈਂ ਆਪਣਾ ਟੈਕਸਟਾਈਲ ਦਾ ਡਿਪਲੋਮਾ ਕਰ ਰਿਹਾ ਸੀ। ਉਦੋਂ ਆਈ ਵਾਸ ਨਾਟ ਗ੍ਰੈਜੂਏਟ। ਤੋਂ ਮੈਂ ਆਪਣੀ ਜਿਹੜੀ ਮਤਲਬ ਮੇਰੀ ਫੀਸ ਸੀਗੀ ਕਾਲਜ ਦੀ, ਉਹ ਬਸ ਕੱਢਣ ਵਾਸਤੇ ਜੌਬ ਕਰਦਾ ਸੀਗਾ ਉੱਥੇ KFC ਦੇ ਵਿੱਚ। ਜਦੋਂ ਮੇਰਾ ਉਹ ਕਾਲਜ ਮੈਂ ਡ੍ਰੌਪ ਆਊਟ ਕੀਤਾ, ਫਿਰ ਮੈਂ ਇੱਕ ਅੱਛੀ ਜੌਬ ਦੇ ਵਿੱਚ ਗਿਆ ਜਿੱਥੇ ਮੈਂ ਸ਼ਾਪਰ ਸਟਾਪ ਦੇ ਜਦੋਂ ਫੈਸ਼ਨ ਕੰਸਲਟੈਂਟ ਕੰਮ ਕੀਤਾ। ਉੱਥੇ ਮੇਰੀ ਸੈਲਰੀ ਅੱਛੀ ਸੀ। ਮੈਂ ਜਦੋਂ ਅਸਿਸਟੈਂਟ ਮੈਨੇਜਰ ਸੀਗਾ ਉਦੋਂ ਵੀ ਮੇਰੀ 40,000 ਤਾਂ ਮੇਰੀ ਸੈਲਰੀ ਸੀ। ਬਾਕੀ ਇਨਸੈਂਟਿਵ ਵਗੈਰਾ ਮਿਲਾ ਕੇ ਆਈ ਵਾਸ ਅਰਨਿੰਗ 45 to 50,000 ਐਵਰੀ ਮੰਥ। ਤੇ ਉਹਨੇ ਪੈਂਡੈਮਿਕ ਦੇ ਕਾਰਨ ਸਾਰੀ ਸੇਵਿੰਗ ਮੁੱਕ ਗਈ ਹੈ। ਬਿਲਕੁਲ ਮੈਮ ਮੁੱਕ ਗਈ ਹੈ, ਕਿਉਂਕਿ ਉੱਥੇ ਖਰਚੇ, ਜਿੰਨੀ ਸੈਲਰੀ ਜ਼ਿਆਦਾ ਸੀ ਉਨੇ ਮੇਰੇ ਖਰਚੇ ਵੀ ਸੀਗੇ। ਇਹ ਵੀ ਦਿੱਕਤ ਸੀ ਕਿ ਪਰਿਵਾਰ ਦਾ ਕਿਸ ਤਰ੍ਹਾਂ ਚੱਲਿਆ ਫਿਰ ਸਰਕਲ, ਉਹ ਕਿਸ ਤਰ੍ਹਾਂ ਚਲਾਇਆ ਪੈਂਡੈਮਿਕ ਦੇ ਡਿਊਰਿੰਗ? ਮੈਮ ਇਹਦੇ ਵਿੱਚ ਮੇਰਾ ਇਦਾਂ ਸਰਕਲ ਚੱਲਿਆ ਕਿ ਕੁਝ ਮੰਮਾ ਦੀ ਸੇਵਿੰਗ ਸੀ, ਮੰਮਾ ਨੇ ਕਾਫੀ ਸੇਵਿੰਗ ਕਰ ਰੱਖੀ ਸੀ, ਮੈਂ ਕਾਫੀ ਸੇਵਿੰਗ ਕਰ ਰੱਖੀ ਸੀ, ਜਿਹਦੇ ਕਰਕੇ ਸਾਡਾ ਘਰ ਚੱਲ ਗਿਆ। ਬਾਕੀ ਮੇਰੇ ਮੰਮਾ ਦਾ ਆਪਣਾ ਮਤਲਬ ਮੇਰੇ ਮੰਮਾ ਹੋਮ ਟਿਊਟਰ ਨੇ, ਗਰੀਬ ਬੱਚਿਆਂ ਨੂੰ ਟਿਊਸ਼ਨਸ ਪੜ੍ਹਾਉਂਦੇ ਆ, ਤੇ ਉਹਨਾਂ ਦੇ ਵਿੱਚ ਜੋ ਵੀ ਮਤਲਬ ਕੋਈ ਵੀ ਬੰਦੇ ਹੈਗੇ, ਜਿੰਨੇ ਵੀ ਬੰਦੇ ਉਹ 100, ਕੋਈ 150, ਕੋਈ 200 ਇਦਾਂ ਦਿੰਦਾ ਆ, ਤਾਂ ਉਹਦੇ ਵਿੱਚ ਘਰ ਚੱਲਦਾ। ਟਿਊਸ਼ਨਸ ਦੇ 100-150 ਦਿੰਦੇ ਨੇ? ਹਾਂਜੀ ਮੈਮ, ਐਕਚੁਅਲੀ ਪਹਿਲਾਂ ਮੰਮਾ ਫ੍ਰੀ ਦੇ ਵਿੱਚ ਪੜ੍ਹਾਉਂਦੇ ਸੀ। ਹੁਣ ਜਦੋਂ ਸਾਡੇ ਹਾਲਾਤ ਖਰਾਬ ਹੋਏ ਉਦੋਂ ਲੋਕਾਂ ਨੇ ਪੈਸੇ ਦੇਣੇ ਸਟਾਰਟ ਕੀਤੇ। ਇੱਕ ਹੋਮ ਟਿਊਟਰ ਤਾਂ ਕਾਫੀ ਪੈਸੇ ਡਿਜ਼ਰਵ ਕਰਦਾ, ਉਹ ਸਪੈਸ਼ਲੀ ਘਰ ਜਾਂਦਾ ਬੱਚਿਆਂ ਨੂੰ ਪੜ੍ਹਾਉਣ। ਲੋਕ 5-5 6-6 ਹਜ਼ਾਰ ਇੱਕ ਬੱਚੇ ਦਾ ਪੇ ਕਰਦੇ ਨੇ। ਮੈਮ ਐਕਚੁਅਲੀ ਦਿੱਕਤ ਕੀ ਹੈ ਕਿ ਉਹ ਜਿਹੜੇ ਮੰਮਾ ਜਿੱਥੇ ਪੜ੍ਹਾਉਣ ਜਾਂਦੇ ਨਾ, ਇੱਕ ਪਲਾਟ ਹੈ, ਉਹਦੇ ਵਿੱਚ ਮਤਲਬ ਗਰੀਬ ਬੱਚੇ ਹੈਗੇ ਸਾਰੇ, ਤੇ ਉਹ ਇਕੱਠੇ ਹੋ ਕੇ ਉੱਥੇ ਹੀ ਆ ਜਾਂਦੇ, ਉੱਥੇ ਹੀ ਪੜ੍ਹਦੇ ਆ। ਠੀਕ ਹੈ, ਹਾਂਜੀ ਸਮਾਜ ਸੇਵਾ ਕਰ ਰਹੇ ਨੇ। ਹਾਂਜੀ ਮੈਮ, ਪਹਿਲਾਂ ਮੰਮਾ ਕਰ ਰਹੇ ਸੀ, ਹੁਣ ਹੁਣ ਸਾਰੇ ਮਤਲਬ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਮੰਮਾ ਨੇ ਸਿਚੁਏਸ਼ਨ ਦੱਸੀ ਸੀ, ਤੇ ਕਹਿੰਦੇ ਕਿ ਅਮੀਰ ਬੰਦਾ ਕਦੇ ਕੰਮ ਨਹੀਂ ਆਉਂਦਾ, ਜਿਹੜੇ ਗਰੀਬ ਬੰਦੇ ਹੁੰਦੇ ਆ ਉਹ ਦੂਸਰੇ ਦੀ ਪ੍ਰੋਬਲਮ ਜਲਦੀ ਸਮਝਦੇ ਆ, ਤੇ ਇਸ ਕਰਕੇ ਉਹਨਾਂ ਨੇ ਵੀ ਸਪੋਰਟ ਕੀਤਾ। ਉਹ ਹਮੇਸ਼ਾ ਮਤਲਬ ਹਰ ਮਹੀਨੇ, ਹਰ ਮੰਥਲੀ ਫੀਸ ਦਿੰਦੇ ਆ, ਕੋਈ ਆਪਣੇ ਪਾਕਟ ਦੇ ਹਿਸਾਬ ਨਾਲ 150, ਕੋਈ 200, ਕੋਈ 250 ਇੱਦਾਂ ਦੇ ਦਿੰਦਾ ਆ, ਤੇ ਉਹਦੇ ਵਿੱਚ ਹੀ ਸਾਡਾ ਮਤਲਬ ਘਰ ਜਿਹੜਾ ਉਹ ਚੱਲਿਆ। ਅਮਨ, ਪਰ ਫਿਰ ਵੀ ਅੱਛੀ ਜੌਬਸ ਮਿਲੀਆਂ ਨੇ, 40,000 ਤਨਖਾਹ, ਸੋਹਣੀ ਤਨਖਾਹ ਹੁੰਦੀ, ਘਰ ਬਹੁਤ ਸੋਹਣੀ ਤਰ੍ਹਾਂ ਚੱਲ ਸਕਦਾ ਹੈ। ਪਰ ਉਸ ਤੋਂ ਬਾਅਦ ਸੜਕ ਤੇ ਆ ਗਏ ਹੋ, ਸੜਕ ਤੇ ਭਾਂਡੇ ਲੈ ਕੇ ਖੜੇ ਹੋਏ ਹੋ, ਤੁਹਾਨੂੰ ਕੀ ਮਹਿਸੂਸ ਹੁੰਦਾ ਅੰਦਰੋਂ ਜਦੋਂ ਕੋਈ ਖਰੀਦਣ ਆਉਂਦਾ ਜਾਂ ਸਾਰਾ ਦਿਨ ਕੋਈ ਬਿਰਿਆਨੀ ਲੈਣ ਹੀ ਨਹੀਂ ਆਉਂਦਾ? ਮੈਮ ਇੱਦਾਂ ਕੁਛ ਨਹੀਂ ਹੈ। ਮੈਨੂੰ ਤਾਂ ਐਕਚੁਅਲੀ ਪ੍ਰਾਊਡ ਹੈ ਆਪਣੇ ਆਪ 'ਤੇ ਕਿ ਮੈਂ ਕੰਮ ਸਟਾਰਟ ਕੀਤਾ, ਆਪਣਾ ਸਟਾਰਟਅਪ ਕੀਤਾ। ਮੈਂ ਹੋਰ 6-7 ਮਹੀਨੇ, ਸਾਲ ਦੇ ਵਿੱਚ ਇਹ ਕੰਮ ਵਧਾ ਲੈਣਾ ਹੈ, ਤੇ ਮੈਨੂੰ ਪੂਰਾ ਕੌਨਫੀਡੈਂਸ ਹੈ। ਮੈਂ ਜੇ 6.5 ਕਰੋੜ ਦਾ ਕਿਸੇ ਹੋਰ ਦਾ ਬਿਜ਼ਨਸ ਸਾਂਭ ਸਕਦਾ, ਤੇ ਆਪਣੇ ਬਿਜ਼ਨਸ ਨੂੰ ਵੀ ਮੈਂ ਕਾਫੀ ਹੱਦ ਤੱਕ ਸੰਭਾਲ ਕੇ ਅੱਗੇ ਵਧਾ ਸਕਦਾ। ਠੀਕ ਹੈ, ਇਹੀ ਜਜ਼ਬਾ ਚਾਹੀਦਾ ਨੌਜਵਾਨ ਪੀੜ੍ਹੀ ਦੇ ਵਿੱਚ। ਜਿਹੜੇ ਨੌਜਵਾਨ ਬੇਰੋਜ਼ਗਾਰੀ ਦੇ ਕਾਰਨ ਕੋਈ ਗਲਤ ਕਦਮ ਚੁੱਕ ਲੈਂਦੇ ਨੇ, ਸਰਕਾਰਾਂ ਨੂੰ ਭੰਡਦੇ ਨੇ, ਜਾਂ ਬਹੁਤ ਵਾਰ ਇਦਾਂ ਹੁੰਦਾ ਕਿ ਵਿਹਲੇ ਬੈਠੇ ਰਹਿੰਦੇ ਨੇ ਘਰੇ, ਨਸ਼ਿਆਂ ਦੀ ਲੱਤ ਲੱਗ ਜਾਂਦੀ ਹੈ, ਗਲਤ ਕੰਮ ਕਰਨ ਲੱਗ ਜਾਂਦੇ ਨੇ, ਉਹਨਾਂ ਨੂੰ ਅੱਜ ਬੜੀ ਚੰਗੀ ਸੇਧ ਮਿਲੇਗੀ ਤੁਹਾਡੇ ਤੋਂ। ਇਹ ਦੇਖ ਕੇ, ਤੁਹਾਡਾ ਜਜ਼ਬਾ ਦੇਖ ਕੇ, ਤੁਹਾਡੀ ਕਾਬਲੀਅਤ ਦੇਖ ਕੇ ਵੀ ਸਾਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਦੇਖਦੇ। ਬਿਲਕੁਲ ਮੈਮ, ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ। ਹਰ ਕੋਈ ਇੱਕਦਮ ਅਮੀਰ ਨਹੀਂ ਬਣ ਜਾਂਦਾ। ਦੇਸ਼ ਦੇ ਵਿੱਚ ਕਈ ਇੱਦਾਂ ਦੀਆਂ ਐਗਜ਼ਾਮਪਲਸ ਵੀ ਨੇ ਜਿਹੜੀਆਂ ਕਿ ਬਹੁਤ ਛੋਟੇ ਲੈਵਲ ਤੋਂ ਸਟਾਰਟ ਹੋਈਆਂ ਸੀ, ਤੇ ਅੱਜ ਉਹ ਇੰਟਰਨੈਸ਼ਨਲ ਕਨਸੈਪਟਸ ਨੇ। ਬਹੁਤ ਸਾਰੀਆਂ ਇੱਦਾਂ ਦੀ ਕੰਪਨੀਆਂ ਨੇ ਜਿਹੜੀਆਂ ਬਹੁਤ ਛੋਟੇ ਲੈਵਲ ਤੋਂ ਸਟਾਰਟ ਹੋਈਆਂ ਤੇ ਅੱਜ ਬਹੁਤ ਵੱਡੀਆਂ ਬਣੀਆਂ। ਤੇ ਆਈ ਹੋਪ ਸੋ ਕਿ ਜੇ ਰੱਬ ਮੇਰੇ ਨਾਲ ਹੋਇਆ, ਜੇ ਮੇਰੇ ਪੇਰੈਂਟਸ ਦਾ ਆਸ਼ੀਰਵਾਦ ਨਾਲ ਹੋਇਆ, ਐਲਡਰਸ ਦਾ ਮੇਰਾ ਆਸ਼ੀਰਵਾਦ ਨਾਲ ਹੋਇਆ, ਤਾਂ ਮੈਂ ਜ਼ਰੂਰ ਕੁਝ ਅੱਛੇ ਮੁਕਾਮ ਤੱਕ ਇਸੇ ਕੰਮ ਤੋਂ ਪਹੁੰਚ ਸਕਦਾ। ਆਈ ਐਮ ਵੈਰੀ ਕੌਨਫੀਡੈਂਟ ਅਬਾਊਟ ਦਿਸ। ਬਹੁਤ ਤੰਗੀ ਦੇਖੀ ਹੋਣੀ ਹੈ, ਬਹੁਤ ਕਠਿਨਾਈਆਂ ਦੇਖੀਆਂ ਹੋਣੀਆਂ, ਪਰ ਜੋ ਬੱਚੇ ਦਾ ਜਿਹੜਾ ਕੌਨਫੀਡੈਂਸ ਹੈ ਉਹ ਇਹ ਬਿਆਨ ਕਰ ਰਿਹਾ ਕਿ ਆਉਣ ਵਾਲਾ ਸਮਾਂ ਇਹਦਾ ਹੋਣ ਵਾਲਾ ਹੈ। ਹਾਂਜੀ ਬਿਲਕੁਲ,
ਇਹ ਤੇ ਪਰਮਾਤਮਾ ਸਾਥ ਦੇਗਾ ਹੀ ਦੇਗਾ। ਮਿਹਨਤ ਕਰਨ ਵਾਲੇ ਦਾ ਕਦੀ ਵੀ ਮਤਲਬ ਰੱਬ ਹੱਕ ਨਹੀਂ ਮਾਰਦਾ। ਆਮ ਇਨਸਾਨ ਤੇ ਮਾਰ ਲਾ ਉਹਦੇ ਹੱਥੋਂ ਵੀ ਖੋਹਣ ਦੀ ਕੋਸ਼ਿਸ਼ ਕਰਦਾ, ਬਟ ਰੱਬ ਜਿਹੜਾ ਉਹ ਉੱਪਰ ਵਾਲਾ ਦੇਖਦਾ ਹੈ। ਬਾਕੀ ਅੱਗੇ ਤਕਦੀਰ ਦੇਖੋ ਕਿੱਥੇ ਲੈ ਜਾਂਦੀ। ਮਿਹਨਤ ਕਰਨਾ ਇਨਸਾਨ ਦਾ ਫਰਜ਼ ਹੈ, ਮਿਹਨਤ ਕਰ ਰਹੇ ਆ, ਦੋਨੋਂ ਜਾਣੇ ਕਰ ਰਹੇ ਆ। ਅਮਨ, ਕਦੀ ਇਦਾਂ ਵੀ ਹੋਇਆ ਕਿ ਘਰ ਦੇ ਵਿੱਚ ਰੋਟੀ ਨਹੀਂ ਸੀ ਖਾਣ ਨੂੰ, ਚੁੱਲ੍ਹਾ ਨਹੀਂ ਬਲਿਆ? ਨਹੀਂ ਮੈਮ, ਇੱਦਾਂ ਦਾ ਕਦੇ ਵੀ ਦਿਨ ਰੱਬ ਦੀ ਮਿਹਰ ਨਾਲ ਨਹੀਂ ਦੇਖਣ ਨੂੰ ਮਿਲਿਆ, ਕਿਉਂਕਿ ਸਾਡੇ ਮੁਹੱਲੇ ਦੇ ਵਿੱਚ ਵੀ ਕਾਫੀ ਇੱਦਾਂ ਦੇ ਅੱਛੇ ਲੋਕ ਨੇ, ਜਿੱਦਾਂ ਕਿ ਸਾਡੇ ਮਕਾਨ ਮਾਲਿਕ ਵੀ ਨੇ, ਉਹ ਵੀ ਕਦੇ ਸਾਨੂੰ ਕਿਰਾਏ ਵਾਸਤੇ ਨਹੀਂ ਕਹਿੰਦੇ ਸੀ ਜਦੋਂ ਦੀ ਮੇਰੀ ਜੌਬ ਛੁੱਟੀ ਸੀ। ਤੇ ਮਤਲਬ ਸਾਡੀ ਮੁਹੱਲੇ ਦੇ ਵਿੱਚ ਕਾਫੀ ਅੱਛੀ ਮਤਲਬ ਇੱਕ ਜਾਣ ਪਛਾਣ ਹੈ, ਕਾਫੀ ਟਾਈਮ ਤੋਂ ਅਸੀਂ 8-10 ਸਾਲ ਤੋਂ ਰਹਿ ਰਹੇ ਹਾਂ, ਤੇ ਕਾਫੀ ਮੁਹੱਲੇ ਵਾਲੇ ਵੀ ਕਾਫੀ ਹੈਲਪ ਕਰਦੇ ਆ, ਬਿਕੋਜ਼ ਵੀ ਬਿਲੋਂਗ ਫਰੋਮ ਅ ਬ੍ਰਾਹਮਣ ਫੈਮਿਲੀ। ਸੋ ਸਾਡਾ ਰਾਸ਼ਨ ਵਗੈਰਾ ਵੀ ਮਤਲਬ ਕਦੇ ਕਿਸੇ ਦੇ ਘਰ ਤੋਂ ਕਦੇ ਕਿਸੇ ਦੇ ਘਰ ਤੋਂ ਆ ਕੇ ਚੱਲ ਰਿਹਾ ਸੀ, ਪਰ ਆ ਰਿਹਾ ਸੀ। ਹਾਂਜੀ, ਚਿਕਨ ਵਗੈਰਾ ਜਦ ਕਿ ਅਸੀਂ ਘਰ 'ਚ ਯੂਜ਼ ਨਹੀਂ ਕਰ ਸਕਦੇ, ਬਟ ਹੁਣ ਹਾਲਾਤ ਦੇਖਦੇ ਕਰਨਾ ਪੈ ਰਿਹਾ। ਅੱਛਾ, ਹੁਣ ਵੈਜ ਨਾਨ ਵੈਜ ਬਿਰਿਆਨੀ ਦੋਨੋਂ ਇੱਥੇ? ਬਿਲਕੁਲ ਮੈਮ। ਕੀ ਰੇਟ ਕੀ ਰੱਖਿਆ ਹੋਇਆ? ਮੈਮ 100 ਰੁਪੀਜ਼ ਦੀ ਹਾਫ ਪਲੇਟ ਹੈ ਜੇ ਤੁਸੀਂ ਨਾਨ ਵੈਜ ਲੈਂਦੇ ਹੋ, ਤੇ 160 ਦੀ ਫੁੱਲ ਪਲੇਟ ਹੈ ਜਿਹਦੇ ਵਿੱਚ ਤੁਹਾਨੂੰ 4 ਪੀਸ ਆਫ ਚਿਕਨ ਮਿਲਦੇ ਆ। ਉਹ ਵੀ ਅਸੀਂ ਡੇਲੀ ਲੈਗ ਤੇ ਚੈਸਟ ਪੀਸ ਹੀ ਦਿੰਦੇ ਆ, ਬਟ ਕੱਲ ਸਾਡਾ ਥਰਸਡੇ ਸੀਗਾ ਤੇ ਥਰਸਡੇ ਨੂੰ ਸਾਡੀ ਸਾਰੀ ਲੈਗ ਯੂਜ਼ ਹੋ ਗਈ ਸੀ, ਤੇ ਸਾਨੂੰ ਅੱਜ ਲੈਗ ਪੀਸ ਮਿਲੇ ਨਹੀਂ ਕਿਸੇ ਵੀ ਦੁਕਾਨ ਤੋਂ। ਅੱਜ ਇਸ ਕਰਕੇ ਅਸੀਂ ਚੈਸਟ ਤੇ ਥਾਈ ਪੀਸ ਦੇ ਰਹੇ ਹਾਂ। ਤੁਸੀਂ ਕਦੀ ਲਾਈਫ ਦੇ ਵਿੱਚ ਚਿਕਨ ਖਾਦਾ ਜਾਂ ਬਣਾਇਆ ਸੀ, ਕੁੱਕ ਕੀਤਾ ਸੀ ਇਸ ਤੋਂ ਪਹਿਲਾਂ? ਮੈਮ ਬਿਲਕੁਲ, ਮੈਂ ਆਪਣੇ ਲਾਈਫ ਦੇ ਚਿਕਨ ਖਾਦਾ ਤਾਂ ਨਹੀਂ ਸੀ, ਬਟ ਮੈਂ ਕੁਕਿੰਗ ਕਰਦਾ ਸੀ। ਐਕਚੁਅਲੀ ਮੇਰੇ ਰੂਮਮੇਟਸ ਜਿਹੜੇ ਸੀ, ਇੱਕ ਮੁੰਡਾ ਬਿਹਾਰ ਦਾ ਸੀ, ਇੱਕ ਮੁੰਡਾ ਹਰਿਆਣਾ ਦਾ ਸੀਗਾ, ਤੇ ਉਹ ਬਹੁਤ ਸ਼ੌਕੀਨ ਸੀ ਚਿਕਨ ਦੇ, ਤੇ ਉਹਨਾਂ ਵਾਸਤੇ ਮੈਂ ਬਣਾਉਂਦਾ ਸੀ, ਬਿਕੋਜ਼ ਆਈ ਵਾਜ਼ ਆਲਸੋ ਵੈਰੀ ਫੂਡੀ। ਸੋ ਮੈਨੂੰ ਕੁਕਿੰਗ ਦਾ ਉੱਥੇ ਜਾ ਕੇ ਸ਼ੌਂਕ ਪੈ ਗਿਆ, ਕਿਉਂਕਿ ਬਾਹਰਲੀਆਂ ਚੀਜ਼ਾਂ ਬਹੁਤ ਮਹਿੰਗੀਆਂ ਸੀ। ਮੈਂ 6-7 ਮਹੀਨੇ ਸਾਲ ਉੱਥੇ ਬਾਹਰੋਂ ਵੀ ਬਹੁਤ ਪੈਸਾ ਮਤਲਬ ਉਜਾੜਿਆ, ਤੁਸੀਂ ਕਹਿ ਸਕਦੇ ਹੋ ਕਿ ਖਾਣ ਪੀਣ ਦੇ ਵਿੱਚ। ਤੇ ਫਿਰ ਮੈਂ ਸੋਚਿਆ ਕਿ ਮੈਂ ਬਾਹਰ ਉਜਾੜਨ ਦੀ ਬਜਾਏ ਆਪਣੇ ਘਰ ਦੇ ਵਿੱਚ ਸਾਫ਼ ਸੁਥਰੀ ਤੇ ਵਧੀਆ ਚੀਜ਼ ਬਣਾ ਸਕਦਾ। ਲੋਕ ਵਹਿਮ ਨਹੀਂ ਕਰਦੇ ਕਰੋਨਾ ਕਰਕੇ? ਅੱਜ ਕੱਲ ਤਾਂ ਲੋਕ ਅਵੋਇਡ ਕਰ ਰਹੇ ਨੇ ਬਾਹਰ ਦਾ ਖਾਣਾ। ਮੈਮ ਵਹਿਮ ਦੀ ਇਹ ਗੱਲ ਹੈ ਕਿ ਮੈਂ ਇੱਥੇ ਨਾ 5 ਸਾਲ ਕੰਮ ਕੀਤਾ, ਮੈਨੂੰ ਇੱਥੇ ਮਾਲ ਦਾ 90% ਸਟਾਫ ਜਾਣਦਾ ਆ, ਤੇ ਉਹਨਾਂ ਨੂੰ ਪਤਾ ਹੈ ਕਿ ਮੈਂ ਘਰੋਂ ਬਣਾ ਕੇ ਇੱਕ ਹਾਈਜੀਨ ਵੇ ਨਾਲ ਲੈ ਕੇ ਆਉਣਾ। ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਗਲਵਜ਼ ਨੇ। ਬਾਕੀ ਮੈਂ ਜਦੋਂ ਕੁਕਿੰਗ ਕਰਦਾ ਉਦੋਂ ਮੈਂ ਇੱਕ ਜਿਹਦੇ ਕੋਲੋਂ ਮੈਂ ਆਪਣੀ ਭਾਂਜੀ ਕੋਲੇ ਬਣਵਾਇਆ, ਮੈਂ ਇੱਦਾਂ ਦਾ ਇੱਕ ਬੰਡਾਨਾ ਬਣਵਾਇਆ ਹੋਇਆ ਵਾ ਪੇਂਟ ਕਰਵਾ ਕੇ, ਤੇ ਮੈਂ ਆਪਣੇ ਸਿਰ ਦੇ ਵਿੱਚ ਲਪੇਟ ਕੇ ਮਤਲਬ ਪੂਰੀ ਹਾਈਜੀਨਿਕ ਤਰੀਕੇ ਨਾਲ ਇਹ ਬਣਾਉਣਾ ਵਾ। ਤੇ ਇੱਥੇ ਸਰਵਿੰਗ ਵੀ ਸਾਡੀ ਪੂਰੀ ਪ੍ਰੋਪਰ ਹਾਈਜੀਨਿਕ ਤਰੀਕੇ ਨਾਲ ਹੀ ਹੁੰਦੀ ਹੈ। ਠੀਕ ਹੋ ਰਿਹਾ ਹੁਣ? ਖਰਚਾ ਪਾਣੀ ਚੱਲੀ ਜਾ ਰਿਹਾ? ਮੈਮ ਹਲੇ ਅਸੀਂ ਸਟਾਰਟ ਕੀਤਾ ਵਾ, ਤੇ ਮੈਂ ਕਿੰਨਾ ਟਾਈਮ ਹੋ ਗਿਆ ਇੱਥੇ? 26 ਨੂੰ ਸਟਾਰਟ ਕੀਤਾ ਸੀ ਮੈਮ, ਲਾਸਟ ਮੰਥ। ਤੇ ਅਗਸਤ ਦੇ ਵਿੱਚ? ਹਾਂਜੀ ਮੈਮ, ਤੇ ਇੱਕ ਵੀਕ ਦਾ ਅਸੀਂ ਮਤਲਬ ਲਾਇਆ ਸੀਗਾ, 5 ਦਿਨ ਦਾ ਹਿਸਾਬ ਲਾਇਆ ਸੀ ਅਸੀਂ, ਤੇ 31 ਤੱਕ ਦਾ। ਉਹਦੇ ਵਿੱਚ ਮੇਰੀ 500 ਪ੍ਰੋਫਿਟ ਸੀ ਮੈਨੂੰ, ਮਤਲਬ ਪਰ ਡੇ 100 ਰੁਪੀਜ਼ ਦਾ ਮੈਨੂੰ ਪ੍ਰੋਫਿਟ ਸੀ, ਜੋ ਕਿ ਮੈਂ ਸੋਚ ਰਿਹਾ ਕਿ ਹੋਰ ਵੱਧ ਜਾਏਗਾ ਹੌਲੀ ਹੌਲੀ ਜਦੋਂ ਮੇਰਾ ਇੱਕ ਪ੍ਰੋਪਰ ਸਟਾਲ ਹੋ ਜਾਊਗਾ। ਹੁਣ ਅਸੀਂ ਹੌਲੀ ਹੌਲੀ ਸਟਾਲ ਦੀ ਸੋਚ ਰਹੇ ਹਾਂ ਕਿ ਸਾਨੂੰ ਇੱਕ ਸਟਾਲ ਕੋਈ ਅਸੀਂ ਸੈਕਿੰਡ ਹੈਂਡ ਲੈ ਲਈਏ। ਅੱਛਾ, ਹੁਣ ਤੁਸੀਂ ਘਰੋਂ ਬਣਾ ਕੇ ਲੈ ਆਉਂਦੇ ਹੋ ਤੇ ਕੋਈ ਲੈਣ ਆਉਂਦਾ ਤੇ ਉਹਨੂੰ ਪਲੇਟ ਪਾ ਕੇ ਦੇ? ਪੋਰ ਕਰ ਦਿੰਦੇ ਹਾਂ ਅਸੀਂ, ਸਾਡਾ ਗਰਮ ਰਹਿੰਦਾ ਵਾ ਮਾਲ। ਇੱਕ ਹੋਮ ਡਿਲੀਵਰੀ ਦੇ ਰਹੇ ਹਾਂ। ਹੋਮ ਡਿਲੀਵਰੀ? ਹਾਂਜੀ, ਹੋਮ ਡਿਲੀਵਰੀ ਵੀ ਹੈ ਮੈਮ। ਮਾਲ ਦੇ ਵਿੱਚ ਡੋਰ ਟੂ ਡੋਰ ਡਿਲੀਵਰੀ ਅਸੀਂ ਸਟਾਰਟ ਕੀਤੀ ਸੀ, ਬਟ ਹਲੇ ਪੈਂਡੇਮਿਕ ਦੀ ਵਜ੍ਹਾ ਨਾਲ ਇੱਥੇ ਮਾਲ ਵਾਲਿਆਂ ਨੂੰ ਆਪਰੇਸ਼ਨਲ ਨੂੰ ਅਲਾਉਡ ਨਹੀਂ ਹੈਗਾ ਕਿ ਕੋਈ ਡੋਰ ਸਟੈਪ ਤੇ ਡਿਲੀਵਰ ਕਰੇ। ਬਟ ਹੁਣ ਮੇਰਾ ਇੱਥੇ ਤੱਕ ਇਹਨਾਂ ਨੇ ਅਲਾਉ ਕਰ ਦਿੱਤਾ ਕਿ ਮੈਂ ਐਂਟਰੀ ਗੇਟ ਤੇ ਖੜ ਜਾਂਦਾ ਵਾਂ ਤੇ ਕੋਈ ਵੀ ਬੰਦਾ ਆ ਕੇ ਡੋਰ ਸਟੈਪ ਤੋਂ ਲੈ ਲੈਂਦਾ ਵਾ। ਹਾਂਜੀ, ਤੇ ਹੁਣ ਹਾਲੇ ਥੋੜੇ ਦਿਨ ਹੀ ਹੋਏ ਨੇ, ਕਿੰਨਾ ਇੱਕ ਦਿਨ ਦਾ ਕਿੰਨੀ ਕੁ ਬਿਰਿਆਨੀ ਲੱਗ ਰਹੀ ਹੈ? ਮੈਮ ਇੱਕ ਦਿਨ ਦੇ ਵਿੱਚ ਮੇਰੀ ਅੱਧਾ ਕਿਲੋ ਬਿਰਿਆਨੀ ਜਿਹੜੀ ਹੈ ਉਹ ਸੇਲ ਹੋ ਜਾਂਦੀ ਹੈ। ਬਣਦੀ ਕਿੰਨੀ ਹੈ ਮੈਮ? ਬਣਦੀ ਉਹੀ 800 ਗ੍ਰਾਮ 700 ਗ੍ਰਾਮ ਇੱਦਾਂ ਬਣਾਉਂਦੇ ਹਾਂ ਡੇਲੀ ਦੀ। ਠੀਕ ਹੈ ਅਮਨ, ਅਸੀਂ ਉਮੀਦ ਕਰਦੇ ਹਾਂ ਕਿ ਜੋ ਤੁਹਾਡਾ ਸੁਪਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਚਾਹੇ ਸ਼ੁਰੂਆਤ ਛੋਟੇ ਲੈਵਲ ਤੇ ਹੋਈ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਸਕਸੈਸਫੁਲ ਬਿਜ਼ਨਸਮੈਨ ਦੇ ਰੂਪ ਵਿੱਚ ਦੇਖਣਾ ਚਾਹਾਂਗੇ। ਇਹੀ ਹਿੰਮਤ ਤੇ ਇਹੀ ਜਜ਼ਬਾ ਲੈ ਕੇ ਜੇ ਤੁਸੀਂ ਅੱਗੇ ਵਧੋਗੇ ਤਾਂ? ਬਿਲਕੁਲ ਮੈਮ, ਆਪਾਂ ਇਹੀ ਜਜ਼ਬਾ ਲੈ ਕੇ ਵਧਾਂਗੇ, ਕੋਈ ਦਿੱਕਤ ਨਹੀਂ ਹੈ। ਰੱਬ ਸਾਡੇ ਨਾਲ ਹੈ, ਮੇਰੇ ਪੇਰੈਂਟਸ ਮੇਰੇ ਨਾਲ ਨੇ। ਜੇ ਕਈ ਵਾਰ ਇਦਾਂ ਹੁੰਦਾ ਨਾ, ਪੇਰੈਂਟਸ ਨਾਲ ਨਹੀਂ ਹੁੰਦੇ ਉਦੋਂ ਬੰਦਾ ਟੁੱਟ ਜਾਂਦਾ ਹੈ, ਠੀਕ ਹੈ, ਬਟ ਮੈਂ ਪ੍ਰਾਊਡ ਫੀਲ ਕਰਦਾ ਕਿ ਮੈਨੂੰ ਰੱਬ ਨੇ ਇਦਾਂ ਦੇ ਪੇਰੈਂਟਸ ਦਿੱਤੇ। ਇਹੀ ਮੇਰੀ ਪੂੰਜੀ ਨੇ, ਤੇ ਇਹਨਾਂ ਦੀ ਵਜ੍ਹਾ ਨਾਲ ਹੀ ਅੱਜ ਮੈਂ ਇੱਥੇ ਖੜਾ ਵਾਂ। ਤੇ ਇਹ ਮੇਰੇ ਬਹੁਤ ਸਪੋਰਟ ਕਰਦੇ ਨੇ, ਮੇਰੇ ਮੰਮਾ, ਕਿਉਂਕਿ ਮੈਂ ਓਨਲੀ ਚਾਈਲਡ ਆ ਆਪਣੇ ਘਰ ਦਾ, ਤੇ ਬਹੁਤ ਸਪੋਰਟਿਵ ਨੇ ਮੇਰੇ ਪੇਰੈਂਟਸ ਮੇਰੇ ਨਾਲ। ਤੇ ਮੈਂ ਰੱਬ ਤੋਂ ਬਸ ਇਹੀ ਕਹਿਣਾ ਕਿ ਇਦਾਂ ਦੇ ਪੇਰੈਂਟਸ ਮੈਨੂੰ ਹਰ ਜਨਮ ਦੇ ਵਿੱਚ ਮਿਲਣ, ਤੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਬਾਕੀ ਮੈਂ ਖੁਦ ਕਰ ਲਾਂਗਾ, ਮੈਨੂੰ ਤੁਸੀਂ ਹੱਥ ਪੈਰ ਦਿੱਤੇ, ਸਭ ਸਹੀ ਸਲਾਮਤ ਦਿੱਤਾ ਵਾ, ਤੇ ਮੈਂ ਆਪਣੇ ਆਪ ਕਰ ਲਾਂਗਾ। ਬਸ ਮੈਨੂੰ ਮੇਰੇ ਜਿਹੜੇ ਲਵ ਵਨਸ ਨੇ ਉਹ ਇਦਾਂ ਦੇ ਹੀ ਦੇਣ। ਮੇਰੇ ਫਰੈਂਡਸ ਮੇਰੇ ਬਹੁਤ ਅੱਛੇ ਨੇ, ਬਹੁਤ ਸਪੋਰਟਿਵ ਨੇ, ਜਿਹੜੇ ਕਿ ਜਦੋਂ ਮੈਂ ਪਹਿਲਾ ਦਿਨ ਹੀ ਖੋਲ੍ਹਿਆ
ਉਹਨਾਂ ਨੇ ਜਿੱਦਾਂ ਹੀ ਪਤਾ ਲੱਗਾ ਉਹਨਾਂ ਨੇ ਪੂਰੇ ਮਾਲ ਦੇ ਵਿੱਚ ਪੈਂਫਲੇਟਿੰਗ ਕਰਵਾਈ ਆਪਣੇ ਐਕਸਪੈਂਸ ਦੇ ਉੱਤੇ, ਆਪਣੇ ਸਟੋਰ ਐਕਸਪੈਂਸ ਦੇ ਉੱਤੇ ਇਹਨਾਂ ਨੇ ਪੂਰੇ ਮਾਲ ਦੇ ਵਿੱਚ ਪੈਂਫਲੇਟਿੰਗ ਕਰਾਈ। ਅਸੀਂ ਤਿੰਨੇ ਮਾਲਸ ਦੇ ਵਿੱਚ ਪੈਂਫਲੇਟਿੰਗ ਕਰਵਾਈ। ਮੇਰੇ ਤਿੰਨੇ ਮਾਲਸ ਦੇ ਵਿੱਚ ਬਹੁਤ ਨੋਨ ਬੰਦੇ ਹੈਗੇ ਆ ਜਿਨ੍ਹਾਂ ਨੇ ਪੂਰੇ ਮਾਲ ਦੇ ਵਿੱਚ ਮਤਲਬ ਪੈਂਫਲੇਟਿੰਗ ਕਰਵਾਈ ਸਾਡੇ ਮਤਲਬ ਕੰਮ ਦੀ, ਤੇ ਉਹਦਾ ਇੰਪੈਕਟ ਵੀ ਬਹੁਤ ਅੱਛਾ ਆਇਆ ਸਾਨੂੰ। ਤੇ ਉਹਨਾਂ ਕਰਕੇ ਹੀ ਮਾਲ ਵਾਲਿਆਂ ਕਰਕੇ ਅਸੀਂ ਆਫਰ ਵੀ ਲਾਉਂਦੇ ਹਾਂ ਹਰ ਥਰਸਡੇ, ਜਿਹਦੇ ਵਿੱਚ ਅਸੀਂ ਬਾਈ 2 ਗੈਟ 1 ਰੱਖਦੇ ਹਾਂ, ਬਾਈ 1 ਗੈਟ 1 ਰੱਖਦੇ ਹਾਂ, ਬਾਈ 2 ਗੈਟ 1 ਨੌਨ ਵੈਜ ਤੇ ਬਾਈ 1 ਗੈਟ 1 ਵੈਜ ਤੇ। ਬਾਕੀ ਅਸੀਂ ਆਊਟਰ ਕਸਟਮਰ ਜਾਂ ਸਾਨੂੰ ਆ ਕੇ ਪੁੱਛਦਾ ਤਾਂ ਉਹਨੂੰ ਉਹਦੇ ਵਾਸਤੇ ਆਫਰ ਨਹੀਂ ਹੁੰਦੀ। ਠੀਕ ਹੈ, ਸਾਨੂੰ ਸ਼ੁਕਰ ਕਰਨਾ ਚਾਹੀਦਾ ਪਰਮਾਤਮਾ ਦਾ ਕਿ ਹੱਥ ਪੈਰ ਦਿੱਤੇ ਨੇ, ਕੰਮ ਕਰਨ ਜੋਗਾ ਰੱਖਿਆ। ਬਹੁਤਿਆਂ ਕੋਲ ਉਹ ਵੀ ਨਹੀਂ ਹੈ ਜੋ ਸਾਡੇ ਕੋਲ ਹੈ। ਬਿਲਕੁਲ ਮੈਮ, ਬਿਲਕੁਲ, ਕਿਉਂਕਿ ਮੈਮ ਜਿਹੜਾ ਰੱਬ ਹੈ ਨਾ, ਮੇਰੀ ਥਿੰਕਿੰਗ ਇਹ ਹੈ ਕਿ ਉਹ ਕਿਕ ਆਊਟ ਕਰਦਾ ਹੈ ਉੱਪਰੋਂ ਕਿ ਤੁਸੀਂ ਜਾਓ ਆਪਣੀ ਲਾਈਫ ਜੀਓ ਜਿੱਦਾਂ ਤੁਸੀਂ ਜੀਣੀ ਚਾਹੁੰਦੇ ਹੋ। ਕੁਝ ਲੋਕ ਰਿਬੀਲੀਅਨ ਬਣ ਕੇ ਜੀਂਦੇ ਆ, ਕੁਝ ਲੋਕ ਜਿਹੜੇ ਆ ਉਹ ਸੋਸ਼ਲੀ ਜਾਂ ਫਿਰ ਮੈਂਟਲੀ ਦੱਬ ਕੇ ਜੀਂਦੇ ਆ, ਉਹ ਲੋਕ ਫਿਰ ਸਰਵਾਈਵ ਨਹੀਂ ਕਰ ਪਾਉਂਦੇ। ਤੇ ਉਹ ਲੋਕ ਮੇਰੀ ਇੰਸਪੀਰੇਸ਼ਨ ਨਹੀਂ ਨੇ। ਮੇਰੀ ਇੰਸਪੀਰੇਸ਼ਨ ਉਹ ਲੋਕ ਹੁੰਦੇ ਆ ਅਕਸਰ ਜਿਹੜੇ ਲੋਕ ਇੱਕ ਛੋਟੇ ਲੈਵਲ ਤੋਂ ਉੱਠ ਕੇ ਬਣੇ ਨੇ, ਜਿਨ੍ਹਾਂ ਨੇ ਲਾਈਫ ਦੇ ਵਿੱਚ ਹਰ ਲੈਵਲ ਦੇਖਿਆ ਵਾ, ਤੇ ਜਿਹੜੇ ਲੋਕ ਗਰਾਊਂਡਡ ਰਹਿੰਦੇ ਨੇ। ਮੈਂ ਇਹਦਾ ਨਾਮ ਇਸ ਕਰਕੇ ਰੱਖਿਆ ਕਿ ਅੱਜ ਦਾ ਦਿਨ ਮੈਨੂੰ ਯਾਦ ਰਵੇ ਕਿ ਇਹ ਦਿਨ ਮੈਂ ਖੋਲ੍ਹਿਆ ਸੀ, ਤੇ ਇਹ ਦਿਨ ਮੈਂ ਮਤਲਬ ਆਪਣਾ ਕਨਸੈਪਟ ਜਿਹੜਾ ਲੋਕਾਂ ਨੂੰ ਇੰਟਰੋਡਿਊਸ ਕੀਤਾ। ਹੁਣ ਅਸੀਂ ਇਹ ਵੀ ਕੀਤਾ ਹੋਇਆ ਵਾ, ਜਿੱਦਾਂ ਇੱਥੇ ਮਾਤਾ ਜੀ ਘੁੰਮ ਰਹੇ ਨੇ ਸਾਹਮਣੇ, ਇਹਨਾਂ ਨੂੰ ਵੀ ਮਤਲਬ ਅਸੀਂ ਕੀ ਕਹਿੰਦੇ ਹਰ ਦਿਨ ਦੀ ਇੱਕ ਪਲੇਟ ਜਿਹੜੀ ਹੈ ਉਹ ਫ੍ਰੀ ਆਫ ਕਾਸਟ ਅਸੀਂ ਟੇਸਟ ਕਰਾਉਂਦੇ ਹਾਂ। ਬਾਕੀ ਸਾਡੀ ਟੇਸਟਿੰਗ ਵੀ ਫ੍ਰੀ ਹੈ। ਠੀਕ ਹੈ, ਹਾਂਜੀ, ਤੇ ਇਹਨਾਂ ਨੂੰ ਵੀ ਜਦੋਂ ਸਾਡਾ ਸ਼ਾਮ ਨੂੰ ਕਦੇ ਵੀ ਮਤਲਬ ਵੈਜ ਵਿੱਚ ਕੁਝ ਵੀ ਬਚਦਾ ਆ ਤੇ ਇਹਨਾਂ ਨੂੰ ਅਸੀਂ ਦੇ ਦਿੰਦੇ ਹਾਂ। ਬਾਕੀ ਦਿਨ ਦੀ ਇਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਕਦੇ ਮਰਜ਼ੀ ਆ ਕੇ ਇੱਕ ਪਲੇਟ ਫ੍ਰੀ ਆਫ ਕਾਸਟ ਖਾ ਸਕਦੇ ਹੋ। ਤੇ ਇਦਾਂ ਹੀ ਮੈਮ ਹਰੇਕ ਦੇ ਸਪੋਰਟ ਨਾਲ ਜ਼ਿੰਦਗੀ ਚੱਲਦੀ ਹੈ, ਤੇ ਅੱਗੇ ਹਰੇਕ ਨੂੰ ਸਪੋਰਟ ਦੇਣਾ ਵੀ ਪੈਂਦਾ ਹੈ। ਤੁਸੀਂ ਸਿਰਫ ਮਿਹਨਤ ਹੀ ਨਹੀਂ, ਤੁਸੀਂ ਸੇਵਾ ਵੀ ਕਰ ਰਹੇ ਹੋ। ਇਹ ਦੇਖ ਕੇ ਬਹੁਤ ਚੰਗਾ ਲੱਗਿਆ ਸਾਨੂੰ। ਤੁਸੀਂ ਸੁਸਾਇਟੀ ਦੇ ਲਈ ਇੱਕ ਬੜੀ ਵੱਡੀ ਮਿਸਾਲ ਹੋ। ਇਸੇ ਤਰ੍ਹਾਂ ਹਿੰਮਤ ਦੇ ਨਾਲ ਲੱਗੇ ਰਹੋ। ਤੁਹਾਨੂੰ ਵੀ ਬਹੁਤ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਬੱਚਾ ਨੌਕਰੀ ਨਹੀਂ ਮਿਲੀ ਇਸ ਕਰਕੇ ਗਲਤ ਰਸਤੇ ਨਹੀਂ ਪਿਆ, ਬੱਚੇ ਨੇ ਮਿਹਨਤ ਦੇ ਨਾਲ ਕੋਈ ਨਾ ਕੋਈ ਕੰਮ ਸ਼ੁਰੂਆਤ ਕੀਤੀ। ਬਿਲਕੁਲ ਮੈਮ, ਬਹੁਤ ਸਹੀ ਗੱਲ ਕਹਿ ਰਹੇ ਹੋ ਤੁਸੀਂ। ਇਹ ਚੀਜ਼ ਦੇ ਉੱਤੇ ਮਾਣ ਤੇ ਹੁੰਦਾ ਹੀ ਹੈ। ਗਰਵ, ਆਈ ਫੀਲ ਵੈਰੀ ਮਚ ਪ੍ਰਾਊਡ ਔਨ ਮਾਈਸੈਲਫ। ਠੀਕ ਹੈ, ਇਹ ਤਸਵੀਰ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ। ਸਟਾਲ ਹਲੇ ਛੋਟਾ ਜਿਹਾ ਜ਼ਰੂਰ ਹੈ। ਇੱਕ ਕਾਟਨ ਦਾ ਜਿਹੜਾ ਹੁੰਦਾ, ਇੱਕ ਗੱਤਾ ਹੁੰਦਾ ਹੈ ਜਿਸ ਦੇ ਵਿੱਚ ਅਕਸਰ ਅਸੀਂ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਪਾ ਕੇ ਲਿਆਉਂਦੇ ਹਾਂ, ਉਸ ਨੂੰ ਕਵਰ ਕਰਕੇ ਪੇਂਟ ਕੀਤਾ ਗਿਆ ਇੱਕ ਬੱਚੀ ਦੇ ਵੱਲੋਂ। ਬੇਰੋਜ਼ਗਾਰ ਬਿਰਿਆਨੀ ਨਾਮ ਦਿੱਤਾ ਗਿਆ ਹੈ। ਇਹ ਇਸ ਕਰਕੇ ਨਾਮ ਦਿੱਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਸ਼ਰਮਾ ਨੂੰ ਇਹ ਯਾਦ ਰਵੇ ਕਿ ਕਿਸੇ ਸਮੇਂ ਉਹ ਬੇਰੋਜ਼ਗਾਰ ਸੀ, ਉਸ ਵੇਲੇ ਉਸਨੇ ਕੰਮ ਦੀ ਸ਼ੁਰੂਆਤ ਕੀਤੀ ਤੇ ਇਸ ਕੰਮ ਨੂੰ ਉਹ ਕਿਸ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਨੇ। ਇਸੇ ਹਿੰਮਤ, ਇਸੇ ਜਜ਼ਬੇ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਜ਼ਰੂਰ ਇਹਨਾਂ ਨੂੰ ਸਫਲਤਾ ਜ਼ਰੂਰ ਮਿਲੇਗੀ। ਕੈਮਰਾਮੈਨ ਪਰਵਿੰਦਰ ਸਿੰਘ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।